ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਮੀਤ ਅਕੈਡਮੀ ਦੇ ਉੱਤੇ। ਤੇ ਅੱਜ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ, ਜਿਸ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੋ ਕਿ ਫੂਡ ਇੰਸਪੈਕਟਰ ਤੁਸੀਂ ਫੂਡ ਡਿਪਾਰਟਮੈਂਟ ਵਿੱਚ ਕਿੱਦਾਂ ਬਣ ਸਕਦੇ ਹੋ। ਕਾਫੀ ਸਾਰੇ ਕੈਂਡੀਡੇਟ ਦੇ ਕਮੈਂਟ ਜਿਹੜੇ ਆ ਰਹੇ ਸੀਗੇ ਕਿ ਉਹ ਪੁੱਛਣਾ ਚਾਹੁੰਦੇ ਸੀ ਕਿ ਕਿੱਦਾਂ ਅਸੀਂ ਜਿਹੜਾ ਹੈ ਫੂਡ ਡਿਪਾਰਟਮੈਂਟ ਦੇ ਵਿੱਚ ਐਜ਼ ਅ ਫੂਡ ਇੰਸਪੈਕਟਰ ਜੁਆਇਨ ਕਰ ਸਕਦੇ ਹਾਂ, ਜਾਂ ਉਹਦੇ ਵਿੱਚ ਰਿਕਰੂਟਮੈਂਟ ਦੇ ਲਈ ਰਿਕੁਆਇਰਮੈਂਟ ਕੀ ਰਹਿੰਦੀਆਂ ਨੇ, ਐਲੀਜੀਬਿਲਿਟੀ ਕੀ ਹੁੰਦੀ ਹੈ ਤੇ ਉਸ ਦੇ ਵਿੱਚ ਕੀ ਕੁਆਲੀਫਿਕੇਸ਼ਨ ਤੇ ਕਿੱਦਾਂ ਤੁਸੀਂ ਟੈਸਟ ਜਿਹੜਾ ਪਾਸ ਕਰ ਸਕਦੇ ਹੋ, ਔਰ ਹੋਰ ਕੀ ਜਿਹੜੀਆਂ ਨੇ ਕ੍ਰਾਈਟੇਰੀਆ ਹੁੰਦਾ ਇਹਨੂੰ ਪਾਸ ਆਊਟ ਕਰਨ ਦਾ। ਤਾਂ ਮੈਂ ਪੂਰੀ ਡਿਟੇਲ ਤੁਹਾਨੂੰ ਦੱਸਾਂਗਾ। ਅੱਜ ਦਾ ਜਿਹੜਾ ਟੌਪਿਕ ਹੋਏਗਾ ਉਹ ਹੋਏਗਾ ਫੂਡ ਇੰਸਪੈਕਟਰ ਤੁਸੀਂ ਕਿੱਦਾਂ ਬਣ ਸਕਦੇ ਹੋ। ਸੋ ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ YouTube ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਬਟਨ ਜ਼ਰੂਰ ਦਬਾ ਦੇਣਾ। ਤੁਹਾਡਾ ਸਭ ਦਾ ਬਹੁਤ ਸਾਰਾ ਪਿਆਰ ਮਿਲ ਰਿਹਾ ਸਾਨੂੰ ਕਮੈਂਟਸ ਔਰ WhatsApp ਦੇ ਗਰੁੱਪ ਦੇ ਉੱਪਰ ਵੀ। ਸੋ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ। ਅਸੀਂ ਲੇਟੈਸਟ ਅਪਡੇਟ ਤੁਹਾਡੇ ਲਈ ਸਭ ਤੋਂ ਪਹਿਲਾਂ ਲੈ ਕੇ ਆਉਂਦੇ ਹਾਂ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਉਹਨਾਂ ਕਾਫੀ ਮੋਟੀਵੇਸ਼ਨ ਮਿਲਦੀ ਹੈ। ਤੇ ਉਸ ਤੋਂ ਇਲਾਵਾ ਸਾਡੀ ਵੈਬਸਾਈਟ www.clory.com ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਉਸ ਦੇ ਨਾਲ ਜਿਹੜੀ ਲੇਟੈਸਟ ਜਿੰਨੀਆਂ ਵੀ ਰਿਕਰੂਟਮੈਂਟ ਆਊਟ ਹੁੰਦੀਆਂ ਨੇ ਤੁਹਾਡੇ ਲਈ ਸਭ ਤੋਂ ਪਹਿਲਾਂ ਅਸੀਂ ਲੈ ਕੇ ਆਉਂਦੇ, ਤੁਸੀਂ ਚੈੱਕ ਕਰਕੇ ਅਪਲਾਈ ਕਰ ਪਾਓਗੇ। ਇੱਕ ਸਿੰਪਲ ਫਾਰਮੈਟ ਦੇ ਵਿੱਚ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਸਾਰੀਆਂ ਪੋਸਟ ਅਪਡੇਟ ਕਰਦੇ ਹਾਂ, ਸੋ ਤੁਸੀਂ ਉੱਥੋਂ ਚੈੱਕ ਕਰਕੇ ਅਪਲਾਈ ਕਰ ਪਾਓਗੇ ਵਿਦ ਅਫੀਸ਼ੀਅਲ ਨੋਟੀਫਿਕੇਸ਼ਨ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਤੁਸੀਂ ਕਿੱਦਾਂ ਫੂਡ ਡਿਪਾਰਟਮੈਂਟ ਨੂੰ ਐਜ਼ ਅ ਫੂਡ ਇੰਸਪੈਕਟਰ ਜਿਹੜਾ ਜੁਆਇਨ ਕਰ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਜਿਹੜੀ ਕਨਫਿਊਜ਼ਨ ਦੀ ਗੱਲ ਹੋਏਗੀ ਉਹ ਮੈਂ ਵਿੱਚ ਕੁਐਸਚਨ ਜਿਹੜੇ ਤੁਸੀਂ ਮੈਨੂੰ ਪੁੱਛੇ ਸੀ ਉਹ ਜ਼ਰੂਰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ, ਠੀਕ ਹੈ। ਫਿਰ ਵੀ ਕੋਈ ਡਾਊਟ ਰਹਿ ਜਾਏਗਾ ਕਮੈਂਟ ਕਰਕੇ ਪੁੱਛ ਸਕਦੇ ਹੋ। ਤੇ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ। ਉਸ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ, ਇਹ ਜਿਹੜਾ ਨੋਟਿਸ ਆਊਟ ਹੁੰਦਾ ਹੈ ਉਹ ਆਰਗੇਨਾਈਜੇਸ਼ਨ ਨੇਮ ਜਿਹੜੀ ਹੁੰਦੀ ਹੈ ਪੰਜਾਬ ਫੂਡ ਸਿਵਲ ਸਪਲਾਈ ਐਂਡ ਕੰਜ਼ਿਊਮਰ ਅਫੇਅਰ, ਠੀਕ ਹੈ ਜੀ, ਇਹਨਾਂ ਦੁਆਰਾ ਹੁੰਦਾ ਹੈ। ਇਹਦੇ ਵਿੱਚ ਜਿਹੜੇ ਤੁਸੀਂ ਅਪਲਾਈ ਕਰਨਾ ਹੈ ਉਹ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ। ਆਨਲਾਈਨ ਇਨਵਾਈਟ ਕੀਤੀਆਂ ਨੇ ਐਪਲੀਕੇਸ਼ਨ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਥਰੂ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਸੀਂ ਜਿਹੜਾ ਅਪਲਾਈ ਕਰ ਪਾਉਂਦੇ ਹੋ ਇਹਦੇ ਵਿੱਚ। ਨੈਕਸਟ ਅਗਰ ਅਸੀਂ ਗੱਲ ਕਰੀਏ ਏਜ ਲਿਮਿਟ ਦੀ, ਏਜ ਲਿਮਿਟ ਨੋਰਮਲੀ ਇਹ ਜਿਹੜਾ ਲਾਸਟ ਨੋਟਿਸ ਆਇਆ ਸੀਗਾ ਉਸ ਦੇ ਵਿੱਚ ਉਸ ਦੇ ਅਕੋਰਡਿੰਗਲੀ ਜਿਹੜਾ ਹੈ ਮਿਨੀਮਮ 18 ਸਾਲ ਹੁੰਦੀ ਹੈ ਔਰ ਮੈਕਸਿਮਮ 38 ਸਾਲ ਵਾਲੇ ਅਪਲਾਈ ਕਰ ਸਕਦੇ ਨੇ। ਉਹ ਇਸ ਤੋਂ ਇਲਾਵਾ ਕਿ ਜਿਹੜਾ ਏਜ ਰਿਲੈਕਸੇਸ਼ਨ ਹੁੰਦਾ ਹੈ ਉਹ ਐਸ ਪਰ ਰੂਲ ਹੁੰਦਾ ਹੈ। ਉਸ ਦੇ ਵਿੱਚ ਵੀ ਕੁਝ ਇੱਕ ਕੰਡੀਸ਼ਨਸ ਹੁੰਦੀਆਂ ਨੇ ਔਰ ਅਲੱਗ-ਅਲੱਗ ਜਿਹੜੀ ਉਹਨਾਂ ਨੇ ਕ੍ਰਾਈਟੇਰੀਆ ਵਾਈਜ਼ ਔਰ ਕੈਟਾਗਰੀ ਵਾਈਜ਼ ਜਿਹੜਾ ਉਹ ਦੱਸਦੇ ਨੇ ਕਿ ਕੀ ਏਜ ਹੋਏਗੀ। ਉਹ ਮੈਂ ਤੁਹਾਨੂੰ ਇੱਕ ਵਾਰੀ ਕਲੀਅਰ ਕਰ ਦਿੰਦਾ ਕਿਉਂਕਿ ਇਸ ਦੇ ਵਿੱਚ ਕਾਫੀ ਸਾਰੇ ਡਾਊਟਸ ਜਿਹੜੇ ਨੇ ਰਹਿੰਦੇ ਨੇ ਕੈਂਡੀਡੇਟਸ ਦੇ। ਜਨਰਲ ਦੀ ਕੈਟਾਗਰੀ ਦੇ ਲਈ 18 ਤੋਂ 38 ਸਾਲ ਜਿਹੜੀ ਹੈ ਲਿਮਿਟ ਹੁੰਦੀ ਹੈ। SC ਅਤੇ BC ਕੈਂਡੀਡੇਟ ਦੇ ਲਈ 18 ਤੋਂ 43 ਸਾਲ ਵਾਲੇ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਵਿਡੋ, ਡਿਵੋਰਸੀ, ਸਰਟਨ ਅਦਰ ਕੈਟਾਗਰੀਜ਼ ਦੀ ਵੂਮਨ ਜਿਹੜੀਆਂ ਹੁੰਦੀਆਂ ਨੇ ਉਹਨਾਂ ਲਈ 18 ਤੋਂ 42 ਸਾਲ ਹੁੰਦੀ ਹੈ ਏਜ ਲਿਮਿਟ। ਜਿਨ੍ਹਾਂ ਨੇ ਆਲਰੇਡੀ ਗਵਰਨਮੈਂਟ ਸਰਵਿਸ ਜਿਹੜੀ ਕੀਤੀ ਹੁੰਦੀ ਹੈ ਉਹਨਾਂ ਲਈ 18 ਤੋਂ 45 ਸਾਲ ਵਾਲੇ ਅਪਲਾਈ ਕਰ ਸਕਦੇ ਨੇ। ਜਿਹੜੇ ਫਿਜ਼ੀਕਲ ਹੈਂਡੀਕੈਪਡ ਸਾਡੇ ਫਰੈਂਡਸ ਨੇ ਉਹਨਾਂ ਲਈ 18 ਤੋਂ 48 ਸਾਲ ਵਾਲੀ ਜਿਹੜੀ ਏਜ ਲਿਮਿਟ ਤੁਹਾਡੀ ਰਹਿੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਸਿਲੈਕਸ਼ਨ ਪ੍ਰੋਸੈਸ ਦੀ। ਇਸ ਦੇ ਵਿੱਚ ਕਾਫੀ ਕੈਂਡੀਡੇਟਸ ਦੇ ਕਮੈਂਟ ਆ ਰਹੇ ਸੀਗੇ ਕਿ ਇਸ ਦੇ ਵਿੱਚ ਤੁਹਾਡਾ ਰਿਟਨ ਐਗਜ਼ਾਮ ਤੇ ਪਲੱਸ ਇੰਟਰਵਿਊ ਹੁੰਦਾ ਹੈ। ਸੋ ਇਸ ਦੇ ਵਿੱਚ ਤੁਹਾਡਾ ਕੋਈ ਵੀ ਫਾਈਨਲ ਇੰਟਰਵਿਊ ਜਿਹੜਾ ਹੈ ਉਹ ਨਹੀਂ ਹੁੰਦਾ। ਤੁਹਾਡੀ ਸਿਲੈਕਸ਼ਨ ਪਿਓਰਲੀ ਤੁਹਾਡੇ ਰਿਟਨ ਐਗਜ਼ਾਮ ਦੇ ਬੇਸਿਸ ਤੇ ਹੁੰਦੀ ਹੈ। ਅਸੀਂ ਰਿਟਨ ਐਗਜ਼ਾਮ ਨੂੰ ਜਿਹੜਾ ਹੈ ਕਾਫੀ ਪਾਰਟਸ ਵਿੱਚ ਬਾਈਫਰਕੇਟ ਕਰਕੇ ਤੁਹਾਨੂੰ ਦੱਸਾਂਗੇ। ਇਸ ਦੇ ਵਿੱਚ ਤੁਹਾਡੇ ਅਲੱਗ-ਅਲੱਗ ਕਿੰਨੇ ਮਾਰਕਸ ਦਾ ਹੁੰਦਾ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਅਸੀਂ ਉਸ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਕਿ ਤੁਹਾਡਾ ਜਿਹੜਾ ਟੈਸਟ ਹੋਏਗਾ ਉਹ ਕਿਸ ਲੈਂਗੁਏਜ 'ਚ ਹੋਏਗਾ। ਕਾਫੀ ਸਾਰੇ ਕੈਂਡੀਡੇਟ ਕਮੈਂਟ ਕਰਕੇ ਪੁੱਛ ਰਹੇ ਸੀ ਕਿ ਪੰਜਾਬੀ 'ਚ ਹੋਏਗਾ ਜਾਂ ਇੰਗਲਿਸ਼ 'ਚ ਹੋਏਗਾ। ਤਾਂ ਇਹ ਟੈਸਟ ਜਿਹੜਾ ਹੁੰਦਾ ਤੁਹਾਡਾ ਇੰਗਲਿਸ਼ ਔਰ ਪੰਜਾਬੀ ਦੋਨਾਂ ਦੇ ਵਿੱਚ ਹੁੰਦਾ ਹੈ। ਸੋ ਨੈਕਸਟ ਜਿਹੜਾ ਹੈਗਾ ਇਸ ਤੋਂ ਇਲਾਵਾ ਸੈਲਰੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਸੈਲਰੀ ਤੁਹਾਡੀ 10,300 ਤੋਂ ਲੈ ਕੇ 34,800 ਤੱਕ ਰਹਿੰਦੀ ਹੈ। ਪਲੱਸ ਤੁਹਾਡੀ ਗ੍ਰੇਡ ਪੇ ਜਿਹੜੀ ਹੈ 4,200 ਰੁਪਇਆ ਉਹ ਰਹਿੰਦੀ ਹੈ। ਲੇਕਿਨ ਜਿਹੜੀ ਇਨੀਸ਼ੀਅਲ ਤੁਹਾਡੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਜਿਹੜੀ ਸੈਲਰੀ ਦਿੱਤੀ ਜਾਏਗੀ ਉਹ 16,290 ਰੁਪਏ ਤੋਂ ਸਟਾਰਟਿੰਗ ਹੋਏਗੀ। ਬਾਕੀ ਜਿਹੜਾ ਤੁਹਾਨੂੰ ਪਤਾ ਹੈ ਪੇ ਸਕੇਲ ਜਿਹੜਾ ਗਵਰਨਮੈਂਟ ਵੱਲ ਦੁਆਰਾ ਲਗਾਇਆ ਗਿਆ ਹੈ, ਸੈਂਟਰ ਜਿਹੜਾ ਸਟੇਟ ਦਾ ਹੋ ਸਕਦਾ ਹੈ ਕਿ ਸੇਮ ਪੇ ਸਕੇਲ ਹੋ ਜਾਏ, ਸੋ ਥੋੜਾ ਘੱਟ ਵੱਧ ਸਕਦਾ ਹੈ। ਸੋ ਇਸ ਦੇ ਲਈ ਜਦੋਂ ਵੀ ਨੋਟੀਫਿਕੇਸ਼ਨ ਆਏਗਾ ਜ਼ਿਆਦਾ ਕਲੈਰਿਟੀ ਆਪਾਂ ਨੂੰ ਉਦੋਂ ਮਿਲੇਗੀ। ਲੇਕਿਨ ਲਾਸਟ ਜਿਹੜਾ ਰਿਕਰੂਟਮੈਂਟ ਨੋਟਿਸ ਆਊਟ ਹੋਇਆ ਸੀ ਉਸ ਦੇ ਅਕੋਰਡਿੰਗਲੀ ਇਹ ਜਿਹੜਾ ਸੀਗਾ ਤੁਹਾਡੀ ਜਿਹੜੀ ਸੀ ਸੈਲਰੀ ਰਹੇਗੀ ਇਸ ਦੇ ਅਕੋਰਡਿੰਗਲੀ। ਹੁਣ ਨੈਕਸਟ ਅਗਰ ਅਸੀਂ ਗੱਲ ਕਰੀਏ ਕੁਆਲੀਫਿਕੇਸ਼ਨ ਦੀ, ਤਾਂ ਇਸ ਦੇ ਵਿੱਚ ਤੁਸੀਂ ਅਗਰ ਗ੍ਰੈਜੂਏਟ ਹੋ ਕਿਸੇ ਵੀ ਸਟਰੀਮ ਦੇ ਵਿੱਚ, ਤੁਸੀਂ ਜਿਹੜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਰੈਕੋਗਨਾਈਜ਼ਡ ਬੋਰਡ ਜਾਂ ਯੂਨੀਵਰਸਿਟੀ ਤੋਂ ਤੁਸੀਂ ਐਲੀਜੀਬਲ ਹੋ ਇਸ ਲਈ ਅਪਲਾਈ ਕਰਨ ਦੇ ਲਈ। ਬਟ ਇਸ ਦੇ ਵਿੱਚ ਜਿਹੜਾ ਤੁਹਾਡਾ ਮੈਟ੍ਰਿਕ ਦੇ ਵਿੱਚ ਪੰਜਾਬੀ ਲੈਂਗੁਏਜ ਜਿਹੜੀ ਹੈ ਪਾਸ ਆਊਟ ਹੋਣਾ ਉਹ ਬਹੁਤ ਜ਼ਰੂਰੀ ਹੈ। ਹੁਣ ਕੁਛ ਇੱਕ ਕੈਂਡੀਡੇਟ ਲਈ ਜਿਹੜੀ ਰਿਲੈਕਸੇਸ਼ਨ ਵੀ ਦਿੱਤੀ ਗਈ ਹੈ ਇਸ ਦੇ ਵਿੱਚ, ਉਸ ਦੇ ਵਿੱਚ ਜਿਹੜੇ ਵੀ ਐਕਸ ਸਰਵਿਸਮੈਨ ਨੇ, ਠੀਕ ਹੈ ਜੀ, ਰਿਓ ਵਿਕਟਿਮਸ ਨੇ, ਜਿਹੜੇ ਟੈਰਰਿਸਟ ਵਿਕਟਿਮਸ ਨੇ, ਠੀਕ ਹੈ ਜੀ, ਜਾਂ ਡਿਪੈਂਡੈਂਟ ਨੇ, ਉਹਨਾਂ ਨੂੰ ਜਿਹੜਾ 6 ਮੰਥ ਦਾ ਜਿਹੜਾ ਟਾਈਮ ਪੀਰੀਅਡ ਦਿੱਤਾ ਜਾਏਗਾ ਪੰਜਾਬੀ ਲੈਂਗੁਏਜ ਦਾ ਜਿਹੜਾ ਪੇਪਰ ਹੈ ਉਹ ਕਲੀਅਰ ਕਰਨ ਦੇ ਲਈ। ਜਦੋਂ ਤੁਹਾਡੀ ਜੁਆਇਨਿੰਗ ਹੁੰਦੀ ਹੈ ਉਸ ਤੋਂ 6 ਮੰਥ ਦੇ ਅੰਦਰ ਤੁਹਾਨੂੰ ਜਿਹੜਾ ਪੰਜਾਬੀ ਲੈਂਗੁਏਜ ਦੇ ਵਿੱਚ ਜਿਹੜਾ ਪੇਪਰ ਹੈ ਉਹ ਕਲੀਅਰ ਕਰਨਾ ਜ਼ਰੂਰੀ ਹੋਵੇਗਾ। ਨੈਕਸਟ ਅਗਰ ਅਸੀਂ ਗੱਲ ਕਰੀਏ ਐਗਜ਼ਾਮ ਪੈਟਰਨ ਦੀ, ਤਾਂ ਐਗਜ਼ਾਮ ਪੈਟਰਨ ਦੇ ਵਿੱਚ 150 ਮਾਰਕਸ ਦਾ ਜਿਹੜਾ ਤੁਹਾਡਾ ਟੈਸਟ ਜਿਹੜਾ ਉਹ ਹੋਏਗਾ। ਇਸ ਦੇ ਵਿੱਚ ਤੁਹਾਡੇ ਟੋਟਲ 150 ਕੁਐਸਚਨ ਜਿਹੜੇ ਤੁਹਾਨੂੰ ਦਿੱਤੇ ਜਾਣਗੇ। ਇਸ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ ਪੰਜਾਬੀ ਦੇ ਵਿੱਚ ਪੰਜਾਬੀ ਸਬਜੈਕਟ ਦੇ ਰਿਲੇਟਡ 13 ਕੁਐਸਚਨ ਤੁਹਾਡੇ ਆਣਗੇ, ਠੀਕ ਹੈ ਜੀ। ਇੰਗਲਿਸ਼ ਦੇ ਰਿਲੇਟਡ ਤੁਹਾਡੇ 12 ਕੁਐਸਚਨਸ ਆਣਗੇ।
मैं ਤੁਹਾਨੂੰ ਅੱਗੇ ਕਲੀਅਰ ਕਰਾਂਗਾ ਕਿ ਇਸ ਦੇ ਵਿੱਚ ਕੀ ਸਿਲੇਬਸ ਜਿਹੜਾ ਉਹ ਹੋਏਗਾ। ਸੋ ਤੁਸੀਂ ਅੱਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ। ਸੋ ਜਨਰਲ ਨੌਲੇਜ ਦੇ 25 ਕੁਐਸਚਨ ਹੋਣਗੇ, ਠੀਕ ਹੈ ਜੀ। ਮੈਂਟਲ ਐਬਿਲਿਟੀ ਤੇ ਰੀਜ਼ਨਿੰਗ ਦੇ 50 ਕੁਐਸਚਨ ਜਿਹੜੇ ਤੁਹਾਨੂੰ ਉਹ ਪੁੱਟ ਹੋਣਗੇ। ਉਸ ਦੇ ਵਿੱਚ ਨੈਕਸਟ ਹੈਗਾ ਮੈਥਮੈਟਿਕਸ ਸਕਿੱਲਸ ਦੇ ਵਿੱਚ 25 ਕੁਐਸਚਨਸ ਹੋਣਗੇ, ਠੀਕ ਹੈ ਜੀ। ਕੰਪਿਊਟਰ ਪ੍ਰੋਫੀਸ਼ੀਐਂਸੀਜ਼ ਦੇ ਵਿੱਚ 25 ਕੁਐਸਚਨਸ ਹੋਣਗੇ। ਉਸ ਤੋਂ ਬਾਅਦ ਟੋਟਲ ਕੁਐਸਚਨ ਤੁਹਾਨੂੰ ਜਿੱਦਾਂ ਮੈਂ ਦੱਸਿਆ 150 ਔਰ 150 ਮਾਰਕਸ ਦਾ ਜਿਹੜਾ ਪੇਪਰ ਉਹ ਹੋਏਗਾ। ਇਸ ਦੇ ਵਿੱਚ ਤੁਹਾਨੂੰ ਜਿਹੜੇ ਨੈਗੇਟਿਵ ਮਾਰਕਿੰਗ ਵੀ ਕੀਤੀ ਜਾਂਦੀ ਹੈ। ਇਹਦੇ ਵਿੱਚ ਜਿਹੜੀ ਹੁੰਦੀ ਹੈ ਤੁਹਾਡਾ 1/3, ਮਤਲਬ ਅਗਰ ਤੁਸੀਂ 4 ਕੁਐਸਚਨ ਗਲਤ ਕਰਦੇ ਹੋ ਤਾਂ ਤੁਹਾਡਾ 1 ਮਾਰਕਸ ਜਿਹੜਾ ਉਹ ਕੱਟ ਲਿੱਤਾ ਜਾਏਗਾ। ਇਸ ਦੇ ਵਿੱਚ ਟੋਟਲ 150 ਮਿੰਟ ਹੀ ਤੁਹਾਨੂੰ ਦਿੱਤੇ ਜਾਣਗੇ ਇਹਨੂੰ ਅਟੈਂਪਟ ਕਰਨ ਦੇ ਲਈ, ਔਰ ਇਸ ਦੇ ਵਿੱਚ 35% ਜਿਹੜੇ ਨੇ ਕੁਆਲੀਫਾਈ ਕ੍ਰਾਈਟੇਰੀਆ ਹੁੰਦਾ ਹੈ। ਇਸ ਦੇ ਵਿੱਚ ਹੁਣ ਤੁਸੀਂ ਇਹ ਨਾ ਸਮਝ ਲੈਣਾ ਕਿ 35 ਮਾਰਕਸ ਵਾਲੇ ਨੂੰ ਜਿਹੜਾ ਕੁਆਲੀਫਾਈ ਕਰ ਦਿੱਤਾ ਜਾਏਗਾ, ਲੇਕਿਨ ਇਸ ਦਾ ਇੱਦਾਂ ਨਹੀਂ ਹੋਏਗਾ। ਜਿਹੜੇ ਕੁਆਲੀਫਾਈ ਹੋਏਗਾ ਕ੍ਰਾਈਟੇਰੀਆ ਉਹ 35% ਦਾ ਹੈ, ਮਤਲਬ ਇਹ ਅਪਰੋਕਸ ਤੁਹਾਡਾ 52.5 ਜਿਹੜਾ ਉਹ ਬਣਦਾ ਹੈ ਕਿ ਤੁਹਾਨੂੰ 52.5 ਮਾਰਕਸ ਜਿਹੜੇ ਨੇ ਕੁਆਲੀਫਾਈ ਹੋਣ ਦੇ ਲਈ ਜਿਹੜੇ ਅਬਟੇਨ ਕਰਨੇ ਪੈਣਗੇ। ਨੈਕਸਟ ਅਗਰ ਅਸੀਂ ਗੱਲ ਕਰੀਏ ਤੁਹਾਡੇ ਸਿਲੇਬਸ ਦੀ, ਸੋ ਇਹ ਫਾਈਨਲ ਪਾਰਟ ਹੈ ਸਿਲੇਬਸ ਦਾ। ਇਸ ਦੇ ਵਿੱਚ ਕਾਫੀ ਕਨਫਿਊਜ਼ਨ ਜਿਹੜੀਆਂ ਨੇ ਕੈਂਡੀਡੇਟ ਨੂੰ ਰਹਿੰਦੀ ਹੈ ਕਿ ਅਸੀਂ ਕਿੱਦਾਂ ਤਿਆਰੀ ਕਰੀਏ, ਕੀ ਸਿਲੇਬਸ ਤਿਆਰ ਕਰਨਾ ਹੋਏਗਾ ਇਹਦੇ ਲਈ। ਇਹਦੇ ਵਿੱਚ ਜਿਹੜੇ ਨੇ ਕਾਫੀ ਸਾਰੇ ਜਿਹੜੇ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਾ ਹੈ ਪੰਜਾਬੀ ਦੇ ਕਿੰਨੇ ਕੁਐਸਚਨਸ ਨੇ, ਉਹਦੇ ਅਕੋਰਡਿੰਗਲੀ ਤੁਸੀਂ ਤਿਆਰੀ ਕਰ ਲੈਣੀ ਹੈ। ਮੇਜਰ ਪਾਰਟ ਜਿਹੜਾ ਤੁਹਾਡਾ ਕੰਟਰੀਬਿਊਸ਼ਨ ਹੈਗਾ ਮੇਜਰ ਪਾਰਟ ਦਾ, ਉਹ ਤੁਹਾਨੂੰ ਦੱਸ ਦੇਣਾ ਹੈ ਕਿ ਉਹ ਹੈਗਾ ਤੁਹਾਡਾ ਮੈਂਟਲ ਐਬਿਲਿਟੀ ਔਰ ਰੀਜ਼ਨਿੰਗ ਦਾ, ਜੋ ਕਿ 50 ਮਾਰਕਸ ਦਾ ਹੈ, ਠੀਕ ਹੈ ਜੀ। ਬਾਕੀ ਸਾਰੇ 25 ਔਰ 12 ਜਾਂ 13 ਮਾਰਕਸ ਦੇ ਹੋਣਗੇ। ਇਸ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਪਾਰਟ ਆਉਂਦਾ ਹੁੰਦਾ ਤੁਹਾਡਾ ਪੰਜਾਬੀ ਲੈਂਗੁਏਜ ਦਾ। ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ, ਸਭ ਤੋਂ ਪਹਿਲਾਂ ਹੈਗਾ ਸਪੈਲਿੰਗ ਕਰੈਕਸ਼ਨ ਦਾ, ਨੈਕਸਟ ਹੈਗਾ ਗ੍ਰਾਮਰ, ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਤੁਹਾਡੇ ਜਿਹੜੇ ਐਰਰ ਕਰੈਕਸ਼ਨ, ਠੀਕ ਹੈ ਜੀ। ਉਸ ਤੋਂ ਬਾਅਦ ਵੋਕੈਬਲਰੀ, ਸਿਨੋਨੀਮਸ, ਇਹ ਤੁਹਾਡੇ ਜਿਹੜੇ ਇਸ ਦੇ ਵਿੱਚੋਂ ਤੁਹਾਨੂੰ ਕੁਐਸਚਨ ਜਿਹੜੇ ਪੁੱਟ ਹੋਣਗੇ। ਨੈਕਸਟ ਅਗਰ ਅਸੀਂ ਗੱਲ ਕਰੀਏ ਇੰਗਲਿਸ਼ ਲੈਂਗੁਏਜ ਦੇ ਵਿੱਚ ਜਿਹੜਾ ਤੁਹਾਡਾ ਹੋਏਗਾ, ਉਸ ਦੇ ਰਿਲੇਟਡ ਤੁਹਾਨੂੰ ਜਿਹੜੇ ਆਣਗੇ, ਇੱਕ ਤਾਂ ਸਪੋਟਿੰਗ ਐਰਰ, ਸੈਂਟੈਂਸਸ ਦੇ ਵਿੱਚ ਜਿਹੜੇ ਐਰਰ ਸਪੋਟ ਕਰਨੇ ਤੁਸੀਂ ਉਹ, ਸਿਨੋਨੀਮਸ ਆਣਗੇ ਤੁਹਾਨੂੰ ਇਹਦੇ ਵਿੱਚ, ਤੇ ਉਸ ਤੋਂ ਬਾਅਦ ਪਲੂਰਲ ਫਾਰਮਸ ਆਣਗੀਆਂ, ਗ੍ਰਾਮਰ ਆਏਗਾ, ਫਾਈਂਡ ਔਡ ਵਰਡਸ ਆਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਫਿਲਿੰਗ ਦਾ ਬਲੈਂਕਸ ਆਣਗੇ ਔਰ ਕੰਪਰੀਹੈਂਸ਼ਨ ਆਏਗਾ। ਇਹ ਜਿਹੜਾ ਸਿਲੇਬਸ ਜਿਹੜਾ ਇੰਗਲਿਸ਼ ਲੈਂਗੁਏਜ ਲਈ ਹੋਏਗਾ ਤੁਹਾਡਾ। ਜਨਰਲ ਅਵੇਅਰਨੈਸ ਦੀ ਗੱਲ ਕਰੀਏ ਤਾਂ ਇਹ ਕਾਫੀ ਵਾਸਟ ਹੈ। ਇਸ ਦੇ ਵਿੱਚ ਤੁਹਾਡਾ ਲਿਟਰੇਚਰ ਆਫ ਪੰਜਾਬ, ਕਲਚਰ ਹੈਰੀਟੇਜ ਆਫ ਪੰਜਾਬ ਪੀਪਲਸ, ਹਿਸਟਰੀ ਆਫ ਪੰਜਾਬ, ਠੀਕ ਹੈ ਜੀ। ਉਸ ਤੋਂ ਬਾਅਦ ਪੰਜਾਬ ਪ੍ਰੋਵਿੰਸਸ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੰਡੀਪੈਂਡੈਂਸ ਦੇ ਟਾਈਮ ਤੋਂ ਔਰ ਇੰਡੀਪੈਂਡੈਂਸ ਤੋਂ ਬਾਅਦ ਦਾ ਜਿਹੜਾ ਪੰਜਾਬ ਦੇ ਰਿਲੇਟਡ ਕੁਐਸਚਨਸ ਆਣਗੇ, ਫੂਡ, ਡਰੈਸਿਸ, ਡਾਂਸ, ਫੋਕ ਆਫ ਪੰਜਾਬ ਪੀਪਲਸ, ਠੀਕ ਹੈ, ਇਸ ਰਿਲੇਟਡ ਤੁਹਾਨੂੰ ਕੁਐਸਚਨ ਜਿਹੜੇ ਆਣਗੇ। ਉਸ ਤੋਂ ਪੰਜਾਬ ਵੈਲਫੇਅਰ ਐਂਡ ਡਿਵੈਲਪਮੈਂਟ ਸਕੀਮਸ ਦੇ ਰਿਲੇਟਡ ਕੁਐਸਚਨ ਤੁਹਾਨੂੰ ਜਿਹੜੇ ਪੁੱਟ ਕੀਤੇ ਜਾ ਸਕਦੇ ਨੇ। ਉਹ ਸਭ ਤੋਂ ਇੰਪੋਰਟੈਂਟ ਜਿਹੜੇ ਤੁਹਾਡੇ ਕਰੰਟ ਅਫੇਅਰਸ, ਠੀਕ ਹੈ ਜੀ। ਇਹ ਤੁਸੀਂ ਦੇਖ ਹੀ ਪਾ ਰਹੇ ਹੋ ਕੋਵਿਡ-19 ਚੱਲਦੇ ਹੋਏ ਕਾਫੀ ਸਾਰੇ ਕਰੰਟ ਅਫੇਅਰਸ ਜਿਹੜੇ ਨੇ ਬਣ ਚੁੱਕੇ ਨੇ ਹੁਣ, ਸੋ ਉਸ ਦੇ ਰਿਲੇਟਡ ਕੁਐਸਚਨ ਵੀ ਜਿਹੜੇ ਨੇ ਪੁੱਛੇ ਜਾ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਮੈਂਟਲ ਐਬਿਲਿਟੀ ਦੀ। ਇਸ ਦੇ ਵਿੱਚ ਤੁਹਾਡੇ ਨੰਬਰ ਸੀਰੀਜ਼, ਅਲਫਾਬੈਟਿਕ ਸੀਰੀਜ਼ ਜਿਹੜੀ ਆਉਂਦੀਆਂ ਨੇ, ਟੈਸਟ ਡਾਇਰੈਕਸ਼ਨਸ ਆਉਂਦੀਆਂ ਨੇ, ਕੋਡਿੰਗ, ਡੀਕੋਡਿੰਗ, ਨੰਬਰ ਰੈਂਕਿੰਗ, ਠੀਕ ਹੈ ਜੀ। ਉਸ ਤੋਂ ਬਾਅਦ ਐਨਾਲੋਗੀ ਆਉਂਦਾ ਹੈ, ਉਸ ਤੋਂ ਬਾਅਦ ਬਲੱਡ ਰਿਲੇਸ਼ਨਸ, ਲੌਜੀਕਲ ਰੀਜ਼ਨਿੰਗ ਆਉਂਦੀ ਹੈ। ਇਹ ਮੇਨ ਜਿਹੜੇ ਪਾਰਟਸ ਨੇ ਜਿਹੜੇ ਤੁਸੀਂ ਕਵਰ ਕਰਨੇ ਨੇ। ਔਰ ਇਸ ਤੋਂ ਬਾਅਦ ਇਹਦੇ ਵਿੱਚ ਨਾਨ ਵਰਬਲ ਸੀਰੀਜ਼ ਵੀ ਆਉਂਦੀ ਹੈ। ਔਰ ਮੈਥਮੈਟਿਕਸ ਸਕਿੱਲਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਇਸ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਦਾ ਕਿ ਨੰਬਰ ਸਿਸਟਮ ਜਿਹੜੇ ਨੇ ਕੁਐਸਚਨ ਇਸ ਦੇ ਰਿਲੇਟਡ ਆਉਂਦੇ ਨੇ, ਠੀਕ ਹੈ ਜੀ। ਰੇਸ਼ੋ ਤੇ ਪ੍ਰਪੋਰਸ਼ਨ ਦੇ ਰਿਲੇਟਡ ਕੁਐਸਚਨ ਜਿਹੜੇ ਨੇ ਉਹ ਆਉਂਦੇ ਨੇ। ਉਸ ਤੋਂ ਬਾਅਦ ਮੈਂਸੂਰੇਸ਼ਨ ਆਉਂਦੀ ਹੈ 2D ਤੇ 3D, ਠੀਕ ਹੈ ਜੀ। ਉਸ ਤੋਂ ਬਾਅਦ ਡੇਟਾ ਸਫੀਸ਼ੀਐਂਸੀ ਆਉਂਦੀ ਹੈ। ਉਸ ਤੋਂ ਬਾਅਦ ਪਰਸੈਂਟੇਜ ਦੇ ਕੁਐਸਚਨਸ ਆਉਂਦੇ ਨੇ, ਟਾਈਮ ਐਂਡ ਡਿਸਟੈਂਸ ਦੇ ਵੀ ਆਉਂਦੇ ਨੇ, ਟਾਈਮ ਐਂਡ ਵਰਕ ਦੇ ਵੀ ਆਉਂਦੇ ਨੇ, ਔਰ ਐਵਰੇਜ ਦੇ ਕੁਐਸਚਨ ਵੀ ਤੁਹਾਨੂੰ ਜਿਹੜੇ ਨੇ ਉਹ ਆ ਸਕਦੇ ਨੇ, ਇਸ ਦੇ ਵਿੱਚ ਪੁੱਟ ਕੀਤੇ ਜਾ ਸਕਦੇ ਨੇ। ਲਾਸਟ ਜਿਹੜਾ ਅਸੀਂ ਕੁਐਸਚਨ ਪੇਪਰ ਦੀ ਅਗਰ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਕੁਐਸਚਨ ਜਿਹੜੇ ਨੇ ਪੁੱਟ ਕੀਤੇ ਗਏ ਸੀਗੇ। ਕੰਪਿਊਟਰ ਪ੍ਰੋਫੀਸ਼ੀਐਂਸੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਬੇਸਿਕ ਕੰਪਿਊਟਰ ਦੇ ਰਿਲੇਟਡ ਤੁਹਾਨੂੰ ਕੁਐਸਚਨ ਜਿਹੜੇ ਉਹ 'ਚ ਆ ਸਕਦੇ ਨੇ, ਡੇਟਾਬੇਸ ਦੇ ਰਿਲੇਟਡ ਆ ਸਕਦੇ ਨੇ, ਕੰਪਿਊਟਰ ਨੈਟਵਰਕ, ਠੀਕ ਹੈ ਜੀ, ਡੇਟਾ ਸਟਰਕਚਰ ਦੇ ਰਿਲੇਟਡ ਆ ਸਕਦੇ ਨੇ, ਕੰਪਿਊਟਰ ਆਰਗੇਨਾਈਜੇਸ਼ਨ ਹਾਰਡਵੇਅਰ ਦੇ ਰਿਲੇਟਡ ਆ ਸਕਦੇ ਨੇ, ਵੈਬ ਟੈਕਨੋਲੋਜੀ ਦੇ ਰਿਲੇਟਡ ਆ ਸਕਦੇ ਨੇ, ਤੇ ਪ੍ਰੋਗਰਾਮਿੰਗ ਲੈਂਗੁਏਜ ਬੇਸਿਕਸ ਦੇ ਰਿਲੇਟਡ ਕੁਐਸਚਨ ਜਿਹੜੇ ਨੇ ਉਹ ਤੁਹਾਨੂੰ ਪੁੱਛੇ ਜਾ ਸਕਦੇ ਨੇ। ਇਸ ਦੇ ਰਿਲੇਟਡ ਤੁਹਾਨੂੰ ਜਿਹੜੀ ਇਹ ਸੀਗੇ ਜਿਹੜਾ ਸਟੱਡੀ ਮਟੀਰੀਅਲ ਜਿਹਦੇ ਵਿੱਚ ਤੁਹਾਨੂੰ ਕੁਐਸਚਨ ਜਿਹੜੇ ਆਣਗੇ, ਇਸ ਦਾ PDF ਫਾਈਲ ਵੀ ਤੁਹਾਨੂੰ ਜਿਹੜਾ ਲਿੰਕ ਜਿਹੜਾ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਉਹ ਤੁਸੀਂ ਡਾਊਨਲੋਡ ਕਰਕੇ ਤਿਆਰੀ ਕਰ ਸਕਦੇ ਹੋ। ਇਸ ਦੇ ਰਿਲੇਟਡ ਤੁਹਾਨੂੰ ਸਾਡੀ ਵੈਬਸਾਈਟ ਦੇ ਉੱਪਰ ਜਿਹੜੇ ਨੇ ਤਿਆਰੀ ਕਰਨ ਦੇ ਲਈ ਮਟੀਰੀਅਲ ਜਿਹੜਾ ਉਹ ਵੀ ਮਿਲ ਜਾਏਗਾ, ਤੁਸੀਂ ਉਹ ਵੀ ਡਾਊਨਲੋਡ ਕਰਕੇ ਤਿਆਰੀ ਕਰ ਪਾਓਗੇ। ਲਿੰਕ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜਾਏਗਾ। ਸੋ ਇਹ ਸੀਗਾ ਜੀ ਹੁਣ ਜਿਹੜਾ ਟੋਟਲ ਜਿਹੜਾ ਤੁਹਾਡਾ ਸਟਰਕਚਰ ਜਿਸ ਦੇ ਥਰੂ ਤੁਸੀਂ ਗੋ ਥਰੂ ਕਰਕੇ ਤੁਸੀਂ ਜਿਹੜਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਫੂਡ ਇੰਸਪੈਕਟਰ ਬਣਨ ਦਾ। ਸੋ ਅਗਰ ਤੁਹਾਡੇ ਕੋਈ ਵੀ ਕੁਐਸਚਨਸ ਹੋਣਗੇ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ, ਜਾਂ WhatsApp ਗਰੁੱਪ ਦੇ ਉੱਪਰ ਵੀ ਸਾਨੂੰ ਪੁੱਛ ਸਕਦੇ ਹੋ। ਨੰਬਰ ਤੁਹਾਨੂੰ ਜਿਹੜਾ ਹੈ ਸਾਹਮਣੇ ਫਲੈਸ਼ ਹੋ ਰਿਹਾ ਹੋਏਗਾ, ਉੱਤੇ ਕਲਿੱਕ ਕਰਕੇ ਜਾਂ ਉਸ ਨੰਬਰ ਦੇ ਉੱਪਰ ਮੈਸੇਜ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਹੋ। ਔਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਕਮੈਂਟ ਕਰਕੇ ਪੁੱਛ ਸਕਦੇ ਹੋ, ਅਸੀਂ ਤੁਹਾਡਾ ਰਿਪਲਾਈ ਜ਼ਰੂਰ ਦਿੰਦੇ ਹਾਂ। ਸੋ ਮਿਲਾਂਗੇ ਅਸੀਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ, ਤਦ ਤੱਕ ਦੇ ਲਈ ਧੰਨਵਾਦ ਜੀ। ਦਿੰਦੇ ਹਾਂ। ਸੋ ਮਿਲਾਂਗੇ ਅਸੀਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ, ਤਦ ਤੱਕ ਦੇ ਲਈ ਧੰਨਵਾਦ ਜੀ।